ਅੱਜ ਇੱਕ ਬਹੁਤ ਹੀ ਇੰਟਰਸਟਿੰਗ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਤੇ ਮੇਰਾ ਸਾਥ ਦੇਣਗੇ ਨੈਵੀ ਗਿੱਲ, ਜਿਹੜੇ ਕਿ ਕੋ-ਫਾਊਂਡਰ ਹਨ ਗਲੋਬਲ ਗਰਲ ਪਾਰ ਦੇ ਤੇ ਇੱਕ ਸੋਸ਼ਲ ਐਕਟਿਵਿਸਟ ਹਨ। ਸਾਡੀ ਅੱਜ ਨੌਜਵਾਨ ਪੀੜ੍ਹੀ ਜੋ ਹੈ ਕਿਸ ਪਾਸੇ ਨੂੰ ਜਾ ਰਹੀ ਹੈ? ਵੱਡਿਆਂ ਦਾ ਇਹ ਸਮਝਣਾ ਕਿ ਬੱਚੇ ਜਿਹੜੇ ਨੇ ਅਲੂਫ ਹੋ ਰਹੇ ਨੇ, ਆਪਣਾ ਹੀ ਇੱਕ ਜੀਵਨ ਜੋ ਹੈ ਉਹਨਾਂ ਨੇ ਕ੍ਰੀਏਟ ਕਰ ਲਿਆ ਹੈ ਤੇ ਇੰਟਰਸਟਿਡ ਨਹੀਂ ਹੈਗੇ ਜੋ ਕੁਝ ਘਰਾਂ ਦੇ ਵਿੱਚ ਹੋ ਰਿਹਾ ਹੈ ਜਾਂ ਸਮਾਜ ਵਿੱਚ ਹੋ ਰਿਹਾ ਹੈ। ਕੀ ਇਹ ਹਕੀਕਤ ਹੈ? ਕੀ ਇਸ ਦੇ ਵਿੱਚ ਕੁਝ ਚੇਂਜਸ ਲਿਆਉਣ ਦੀ ਲੋੜ ਹੈ? ਕਿਵੇਂ ਬੈਟਰ ਇੰਟੀਗ੍ਰੇਸ਼ਨ ਮਾਪਿਆਂ ਅਤੇ ਬੱਚਿਆਂ 'ਚ ਹੋ ਸਕਦੀ ਹੈ? ਆਓ ਇਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਨੈਵੀ ਗਿੱਲ ਨਾਲ। ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਨੈਵੀ, ਇਹ ਆਮ ਤੌਰ 'ਤੇ ਜਦੋਂ ਅਸੀਂ ਗੱਲ ਕਰਦੇ ਹਾਂ ਜੀ, ਬੱਚੇ ਜਨਰੇਸ਼ਨ ਗੈਪ ਤਾਂ ਹਮੇਸ਼ਾ ਹੀ ਰਿਹਾ, ਕੋਈ ਸ਼ੱਕ ਨਹੀਂ ਹੈਗਾ, ਪਰ ਅੱਜ ਦੀ ਜਿਹੜੀ ਜਨਰੇਸ਼ਨ ਹੈਗੀ ਉਹ ਆਪਣੀ ਹੀ ਇੱਕ ਜ਼ਿੰਦਗੀ, ਆਪਣੇ ਹੀ ਵਰਲਡ ਵਿੱਚ ਜੀ ਰਹੀ ਹੈ। ਟੈਕਨੋਲੋਜੀ ਦਾ ਇੰਨਾ ਜ਼ਿਆਦਾ ਅਸਰ ਪੈ ਰਿਹਾ ਹੈ ਕਿ ਗੱਲਬਾਤ ਵੀ ਨਹੀਂ ਹੋ ਰਹੀ, ਹੁਣ ਤਾਂ ਸਿਰਫ ਹੱਥ ਦੇ ਉੱਤੇ ਟੈਕਸਟਿੰਗ ਹੀ ਹੁੰਦੀ ਹੈਗੀ ਹੈ। ਸੋ ਓਵਰਆਲ ਕੀ ਚੱਲ ਰਿਹਾ? ਤੁਸੀਂ ਕੀ ਦੇਖ ਰਹੇ ਹੋ ਐਜ਼ ਅ ਯੰਗਸਟਰ? ਕੀ ਇਹ ਹਕੀਕਤ ਹੈ ਕਿ ਕੀ ਤੁਸੀਂ ਬਿਲਕੁਲ ਇੰਟਰਸਟ ਨਹੀਂ ਲੈਂਦੇ ਘਰਾਂ ਦੇ ਵਿੱਚ ਜਾਂ ਸਮਾਜ ਵਿੱਚ? ਤੁਹਾਡੀ ਆਪਣਾ ਹੀ ਜੀਵਨ ਹੈ ਜਾਂ ਤੁਸੀਂ ਇਹ ਇੱਕ ਮਿਸਕਨਸੈਪਸ਼ਨ ਹੈਗੀ? I think partially true ਹੈਗਾ ਆ, but ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਮਿਸਕਨਸੈਪਸ਼ਨ ਵੀ ਹੈਗੀਆਂ ਆ। ਹੁਣ ਤੁਸੀਂ ਮੈਨੂੰ ਲਾ ਲਓ, ਆਈ ਐਮ ਅ ਯੰਗਸਟਰ, ਮੈਂ ਇੱਥੇ ਦੀ ਜੰਮੀ ਪਲੀ ਹੈਗੀ ਆ, ਬਟ ਮੇਰੀ ਜਿਹੜੀ ਕਨੈਕਸ਼ਨ ਹੈਗੀ ਆ ਹੋਮ ਲਾਈਫ ਦੀ ਐਂਡ ਰਿਸਪੌਂਸਿਬਿਲਿਟੀ ਲੈਣੀ ਵੀ, ਜਿਹੜਾ ਕੁਛ ਮੇਰੀ ਲਾਈਫ ਦੇ ਵਿੱਚ ਹੁੰਦਾ ਹੈ, ਹਾਊ ਇਜ਼ ਇਟ ਅਫੈਕਟਿੰਗ ਮਾਈ ਫੈਮਿਲੀ ਐਂਡ ਵਾਈਸ ਵਰਸਾ। ਸੋ ਆਈ ਥਿੰਕ ਯੂ ਨੋ ਇਟ ਸਟਾਰਟਸ ਵਿਦ ਆਪਣੀ ਜਿਹੜੀ ਹੁਣ ਮੈਂ ਸਾਊਥ ਏਸ਼ੀਅਨ ਕਮਿਊਨਿਟੀ ਦੀ ਗੱਲ ਕਰ ਸਕਦੀ ਹਾਂ ਬਿਕਾਜ਼ ਆਈ ਕੈਨ ਸਪੀਕ ਫਰੋਮ ਐਕਸਪੀਰੀਅੰਸ। ਆਪਣਾ ਫੋਕਸ ਜਿਹੜਾ ਹੈਗਾ ਆ ਘਰਾਂ ਦੇ ਵਿੱਚ ਹੈਗਾ ਆ, ਕੰਮ ਕਰੋ, ਪੈਸੇ ਕਮਾਓ, ਐਂਡ ਜਿਹੜਾ ਆਪਣਾ ਸਕਸੈਸ ਦਾ ਫੈਕਟਰ ਹੁੰਦਾ ਆ ਹਮੇਸ਼ਾ ਇਟਸ ਲਾਈਕ ਵਰਕ ਹਾਰਡ, ਮੇਕ ਮਨੀ, ਦੈਟ ਇਜ਼ ਹਾਊ ਯੂ ਆਰ ਸਕਸੈਸਫੁਲ। ਐਂਡ ਯੂ ਨੋ ਇਮੀਗ੍ਰੈਂਟ ਪੇਰੈਂਟਸ ਜਿਹੜੇ ਹੈਗੇ ਆ, ਹੁਣ ਮੈਂ ਵੀ ਫਰਸਟ ਜਨਰੇਸ਼ਨ ਕੈਨੇਡੀਅਨ ਆ, ਜਿਹੜੀ ਉਹ ਫੈਮਿਲੀ ਵੈਲਿਊਜ਼ ਹੁੰਦੀਆਂ ਹੈ ਇੰਡੀਆ ਦੇ ਵਿੱਚ ਤਾਂ ਆਪਾਂ ਸਾਰੇ ਇਕੱਠੇ ਬਹਿ ਕੇ ਈਵਨਿੰਗ ਟਾਈਮ ਤੇ ਰੋਟੀ ਖਾਂਦੇ ਆ, ਉਹ ਜਿਹੜੀ ਕਮਿਊਨੀਕੇਸ਼ਨ ਆ, ਆਪਾਂ ਉਹ ਦਿਨ ਦੇ ਵਿੱਚ 3 ਵਾਰੀ ਆਪਾਂ ਰੋਟੀ ਖਾਂਦੇ ਆ, ਉਹ ਟਾਈਮ ਹੁੰਦਾ ਆ, ਯੂ ਨੋ ਵੀ ਇੱਕ ਦੂਜੇ ਤੇ ਕੀ ਕੁਛ ਹੁੰਦਾ ਆ। ਇੱਥੇ ਐਵਰੀਬਡੀ ਦਿਸ is on a separate schedule, you know, parents ਵੀ, ਬੱਚੇ ਵੀ, ਐਕਟੀਵਿਟੀਜ਼ ਹੈਗੀਆਂ ਵਿੱਚ, ਹੁਣ ਟੈਕਨੋਲੋਜੀ ਲਾ ਲਓ, ਉਹ ਸਾਰੀ ਜਿਹੜੀ ਸੈਪਰੇਸ਼ਨ ਹੋ ਗਈ ਆ ਤੇ ਕਮਿਊਨੀਕੇਸ਼ਨ ਉਹ ਹੌਲੀ ਹੌਲੀ ਨਾਨ ਐਗਜ਼ਿਸਟੈਂਟ ਹੋ ਗਈ ਆ। ਸੋ ਇਹ ਨਹੀਂ ਹੈਗਾ ਵੀ kids don't want to interact with their parents, it's already common ground ਆ, ਉਹ ਆਪਾਂ ਹੁਣ ਉਹਨੂੰ ਬਣਾਉਣੀ ਭੁੱਲ ਗਏ ਆ ਬਿਕਾਜ਼ ਆਪਣੀ ਫੋਕਸ ਚੱਲ ਗਿਆ ਕੰਮ ਤੇ ਜਾਣਾ, ਸਕੂਲੇ ਜਾਣਾ, ਪੈਸੇ ਕਮਾਉਣੇ ਆ, ਐਂਡ ਦੈਨ ਨਿਆਣਿਆਂ ਨੇ ਸੋ ਸੈਪਰੇਸ਼ਨ ਹੋ ਗਿਆ, ਜਨਰੇਸ਼ਨ ਗੈਪ ਵੀ ਹੋ ਗਿਆ, ਪਰ ਉਹ ਇਮੋਸ਼ਨਲ ਸੈਪਰੇਸ਼ਨ ਵੀ ਹੋ ਗਿਆ। we live in the same house but we're all separate bodies. right ਓਕੇ। ਸੋ ਇਹ ਤਾਂ ਯੂ ਨੋ ਫਾਸਟ ਚੇਂਜਿੰਗ ਪੇਸ ਦੀ ਜੋ ਸਾਡੀ ਜ਼ਿੰਦਗੀ ਹੁੰਦੀ ਜਾ ਰਹੀ ਹੈ ਉਸ ਦਾ ਇੱਕ ਵੱਡਾ ਕਾਰਨ ਹੈਗਾ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ, ਮੈਂ ਇਸ ਵਿਸ਼ੇ 'ਤੇ ਗੱਲ ਕਰਨਾ ਚਾਹੂੰਗਾ, ਟੱਚ ਕਰਨਾ ਚਾਹੂੰਗਾ ਕਿ ਇੱਕ ਤਾਂ ਜਿਸ ਤਰ੍ਹਾਂ ਤੁਸੀਂ ਇੱਥੇ ਹੀ ਜੰਮੇ ਇਸ ਦੇਸ਼ ਦੇ ਵਿੱਚ, ਤੁਹਾਡੀ ਅਪਬ੍ਰਿੰਗਿੰਗ ਅਤੇ ਖਾਸ ਤੌਰ 'ਤੇ ਜਿਹੜੇ ਇਮੀਗ੍ਰੈਂਟਸ ਦੇ ਬੱਚੇ ਹਨ ਜਿਹੜੇ ਆ ਰਹੇ ਨੇ ਸਕੂਲਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ, ਉਹਨਾਂ ਵਿੱਚ ਵੀ ਜਿਹੜਾ ਤੁਸੀਂ ਅੰਤਰ ਦੇਖ ਰਹੇ ਹੋ, ਕੀ ਨਜ਼ਰ ਆ ਰਿਹਾ ਹੈਗਾ? I think ਇੰਨਾ ਡਿਫਰੈਂਸ ਨਹੀਂ ਹੈਗੇ ਜਿੰਨਾ ਆਪਾਂ ਸੋਚਦੇ ਹਾਂ ਬਿਕਾਜ਼ ਜਿਹੜੇ ਹੁਣ ਇਮੀਗ੍ਰੈਂਟਸ ਵੀ ਆਉਂਦੇ ਇੰਡੀਆ ਵੀ, ਇਟਸ ਵੈਰੀ ਮਚ ਦ ਸੇਮ ਸੋਰਟ ਆਫ ਸੋਸ਼ਲ ਇਸ਼ੂਜ਼, ਯੂ ਨੋ, the separation between the generations, and ਜਿੱਦਾਂ ਅਸੀਂ ਟੈਕਨੋਲੋਜੀ ਨੂੰ ਵਰਤਦੇ ਹਾਂ ਆਪਣੇ ਆਪਸ ਵਿੱਚ ਕਮਿਊਨੀਕੇਸ਼ਨ ਕਰਨੀ, ਜੇ ਵਰਬਲ ਨਹੀਂ ਹੁੰਦੀ ਕਮਿਊਨੀਕੇਸ਼ਨ ਸਾਡੇ ਆਪਸ ਵਿੱਚ ਤਾਂ ਚੱਲਦੀ ਰਹਿੰਦੀ ਆ, ਐਂਡ ਇਨਫੋਰਮੇਸ਼ਨ ਵੀ ਬਹੁਤ ਕੁਇਕਲੀ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਜਾਂਦੀ ਆ, might not always reach parents but amongst themselves, and parents ਦੇ ਵਿੱਚ ਵੀ ਇਹੀ ਇਸ਼ੂ ਹੈਗਾ ਆ। ਸਮਟਾਈਮਸ ਹੁਣ ਆਪਾਂ ਜੇ ਬਾਹਰ ਜਾਂਦੇ ਆ ਡਿਨਰ ਪਾਰਟੀ ਤੇ ਲਾ ਲਓ ਔਰ ਕਿਤੇ ਵੀ ਵੈਡਿੰਗ ਤੇ, ਹਰੇਕ ਤੇ ਪੇਰੈਂਟਸ ਔਰ ਚਿਲਡਰਨ ਹਰੇਕ ਤੇ ਸੈੱਲਫੋਨ ਇੱਦਾਂ ਹੁੰਦਾ ਆ ਤੇ ਉਹਨਾਂ ਨੂੰ 10 ਜਣੇ ਬੈਠੇ ਹੋਣ ਟੇਬਲ ਤੇ, ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ। ਸੋ ਆਈ ਡੋਂਟ ਥਿੰਕ ਨੈਸੈਸਰਲੀ ਇਟਸ ਜੇ ਤੁਸੀਂ ਇੱਥੇ ਆ ਚਾਹੇ ਕਿਤੇ ਹੋ ਰਿਹਾ, ਇਟਸ ਅ ਸੋਸਾਇਟਲ ਇਸ਼ੂ ਆਲ ਓਵਰ ਦ ਵਰਲਡ। ਯੈਸ। ਦੂਸਰੇ ਪਾਸੇ ਇੱਕ ਹੋਰ ਜਿਹੜੀ ਸੁਣਨ ਨੂੰ ਮਿਲਦੀ ਹੈ ਗੱਲਬਾਤ ਕਿ ਜੀ ਆਰ ਚਿਲਡਰਨ ਲਿਵ ਇਨ ਦੇਅਰ ਓਨ ਵਰਲਡ, ਦੇ ਡੋਂਟ ਵਾਂਟ ਟੂ ਇੰਟਰੈਕਟ, ਆਪਣੇ ਆਪ ਦੇ ਹੀ ਉਹ ਸੋਚ ਵਿੱਚ ਰਹਿੰਦੇ ਨੇ। ਕੋਈ ਘਰ ਆ ਗਿਆ ਤੇ ਕੋਈ ਯੂ ਨੋ ਜੇ ਆਪਣਾ ਫਰੈਂਡ ਹੈ ਤੇ ਫਿਰ ਤਾਂ ਮਿਲ ਲਿਆ, ਨਹੀਂ ਤੇ ਪੇਰੈਂਟਸ ਦਾ ਇਹੀ ਕਹਿੰਦਾ ਜੀ ਕਿ ਬੜਾ ਮੁਸ਼ਕਿਲ ਹੈਗਾ, ਬੱਚੇ ਜਿਹੜੇ ਸੁਣਦੇ ਨਹੀਂ ਹੈਗੇ। ਇਹ ਸਹੀ ਹੈ ਜਾਂ ਤਾਂ ਇਹਦੇ ਵਿੱਚ ਵੀ ਇੱਕ ਮਿਸਕਨਸੈਪਸ਼ਨ ਹੈਗੀ? ਆਈ ਥਿੰਕ ਮੈਂ ਆਪਦੇ ਐਕਸਪੀਰੀਅੰਸ ਦੇ ਨਾਲ ਕਹਿ ਸਕਦੀ ਹਾਂ, ਅਗੇਨ ਪਾਰਸ਼ਲੀ ਟਰੂ, ਪਾਰਸ਼ਲੀ ਨਾਟ, ਬਿਕਾਜ਼ ਪੇਰੈਂਟਸ ਆਪਦੇ ਐਕਸਪੀਰੀਅੰਸ ਨਾਲ ਜਿੰਨਾ ਉਹਨਾਂ ਨੂੰ ਜਿੱਥੇ ਤੱਕ ਉਹਨਾਂ ਦੀ ਨੌਲੇਜ ਆ, ਦੇ ਕੈਨ ਸਪੀਕ ਫਰੋਮ ਦੈਟ, ਐਂਡ ਅਸੀਂ ਆਪਦੇ ਐਕਸਪੀਰੀਅੰਸ ਨਾਲ ਕਹਿ ਸਕਦੇ ਹਾਂ। ਨਾਓ ਵੈਨ ਯੂ ਵਰ ਗਰੋਇੰਗ ਅਪ ਇਨ ਇੰਡੀਆ, social structure, challenges, ਉਸ time ਦੇ ਬਹੁਤ ਅਲੱਗ ਹੁੰਦੇ ਸੀਗੇ, you know, it was, you were always together, your stress was not really that big, you guys had freedom to like laugh and play and you know go to school, and my mummy ਵੀ ਕਹਿੰਦੀ ਹੁੰਦੀ ਹੈ ਜਦੋਂ ਸਾਡੇ ਸਕੂਲ ਦਾ ਟਾਈਮ ਸੀ ਸਭ ਤੋਂ ਵਧੀਆ ਟਾਈਮ ਸੀਗਾ,
ਹੁਣ ਤੁਸੀਂ ਸਾਨੂੰ ਲਾ ਲਓ elementary school ਤੋਂ ਲੱਗ ਕੇ high school college it becomes a stress factor because we have so many other things taking from like friends group social structure work ਕਾਫੀ students school ਵੀ ਜਾਂਦੇ ਆ ਕੰਮ ਵੀ ਕਰਦੇ ਆ ਜੀ ਉਸ ਟਾਈਮ ਤੇ ਇੰਡੀਆ ਇਦਾਂ ਨਹੀਂ ਹੁੰਦਾ ਸੀਗਾ ਹੁਣ ਚੇਂਜਸ ਆ ਰਹੇ ਆ so people are working and going to school so that's why I was saying it's matching up but parents also don't understand the amount of stress that children are going through so stress ਦੀ ਜਦੋਂ ਤੁਸੀਂ ਗੱਲ ਕਰਦੇ ਹੁਣ ਤੁਸੀਂ ਸਕੂਲ 'ਚ ਜਾ ਰਹੇ ਹੋ ਤੁਸੀਂ ਪੜ੍ਹਨਾ ਹੈਗਾ ਕਾਹਦਾ ਸਟ੍ਰੈਸ ਹੈਗਾ ਉਸ ਤੋਂ ਬਾਅਦ ਯੂਨੀਵਰਸਿਟੀ ਜਾ ਰਹੇ ਹੋ ਸਟ੍ਰੈਸ ਹੈਗਾ ਜੌਬ ਲੈ ਲਈ ਤਦ ਵੀ ਸਟ੍ਰੈਸ ਹੈਗਾ ਸੋ ਤੁਹਾਡਾ ਜਿਹੜੀ ਏਜ ਹੈਗੀ ਹੈ ਤੁਹਾਡਾ ਜਿਹੜਾ ਇੱਕ ਜਨਰੇਸ਼ਨ ਹੈਗੀ ਹੈ ਇਹ ਸਟ੍ਰੈਸ ਵਰਡ ਤੁਹਾਡੇ ਬਚਪਨ ਤੋਂ ਹੀ ਸੁਣਨ ਨੂੰ ਮਿਲ ਰਿਹਾ ਹੈਗਾ ਈਵਨ ਯੰਗਸਟਰ ਜਿਹੜਾ ਕਿ you know even KG ji ja rahe I was at some place and utte galbaat chali to he said I'm stressed out so what is that stress ode bare sanu dasso kis cheez da stress hai tawanu I think it's again measuring up to that what is success to you in our families it is very obvious what we call success right and if you are only focused on that end goal pressure pende a bhi tusi aha line of work ch jao idda karna grades ਵਧੀਆ ਹੋਣੀਆਂ ਚਾਹੀਦੀਆਂ ਆ ਪਰ ਕਈ ਵਾਰੀ ਲਾਈਕ ਮੀ ਫॉर ਐਗਜ਼ਾਮਪਲ ਮੈਂ ਬਹੁਤ ਕ੍ਰੀਏਟਿਵ ਸੀ ਸਕੂਲ ਦੇ ਵਿੱਚ ਆਈ ਵਾਸ ਅ ਸਟ੍ਰੇਟ ਏ ਸਟੂਡੈਂਟ ਬਟ ਦੈਨ देयर ਕੇਮ ਅ ਟਾਈਮ ਇਨ ਹਾਈ ਸਕੂਲ ਵੇਅਰ ਮਾਈ ਮਾਈਂਡ ਵਰਕਡ ਡਿਫਰੈਂਟਲੀ ਜੀ ਸੋ ਜਿਹੜੀ ਦੂਜੀ ਪੜ੍ਹਾਈ ਸੀ ਐਕੈਡੈਮਿਕਸ ਇਟ ਵਾਸ ਵੈਰੀ ਹਾਰਡ ਫॉर ਮੀ ਟੂ ਬੈਲੈਂਸ ਬਿਕਾਜ਼ ਮਾਈ ਮਾਈਂਡ ਵਾਸ ਮੋਰ ਕ੍ਰੀਏਟਿਵ ਸੋ ਉਸ ਟਾਈਮ ਤੇ ਉਹ ਸਪੋਰਟ ਹੈ ਨਹੀਂ ਸੀਗੀ ਬਿਕਾਜ਼ ਮਾਪੇ ਕਹਿੰਦੇ ਆ ਪੜ੍ਹੋ ਤੁਹਾਨੂੰ ਹੋਰ ਕੋਈ ਕੰਮ ਨਹੀਂ ਹੋਣਾ ਚਾਹੀਦਾ ਪੜ੍ਹੋ ਬਟ they have to understand we have so many other things it's like living in a very multi-dimensional world and trying to balance everything ਤੇ over top ਜੇ ਤੁਸੀਂ ਕਹਿੰਦੇ ਸੀ ਛੋਟੇ ਬੱਚੇ ਆ ਉਹਨਾਂ ਤੇ ਵੀ ਪ੍ਰੈਸ਼ਰ ਬਹੁਤ ਹੈ ਵੀ ਉਹਨਾਂ ਨੇ ਇਸ ਟਾਈਮ ਸੌਕਰ ਤੇ ਜਾਣਾ ਬੈਲੇ ਤੇ ਜਾਣਾ ਇੱਥੇ ਜਾਣਾ ਭੰਗੜਾ ਕਲਾਸਿਸ ਤੇ ਜਾਣਾ ਤੇ ਡਿਨਰ ਟਾਈਮ ਇੰਨੇ ਵਜੇ ਹੋਣਾ ਚਾਹੀਦਾ ਇੰਨੇ ਵਜੇ ਸੌਣਾ ਆ ਉਹ ਜਿਹੜਾ ਸਪੇਸ ਹੈਗਾ ਕੇਅਰ ਫ੍ਰੀ ਲਿਵਿੰਗ ਲਾਈਕ ਅ ਕਿਡ ਉਹ ਸ਼ੁਰੂ ਤੋਂ ਹੀ ਉਹ ਖਤਮ ਹੁੰਦਾ ਆ ਐਡਲਟਸ ਦੇ ਵਿੱਚ ਤਾਂ ਬਹੁਤ ਘੱਟ ਮਿਲਦਾ ਆ ਸੋ ਦੈਟਸ ਵੇਅਰ ਲਾਈਕ ਲਿਵਿੰਗ ਮਾਈਂਡਫੁਲੀ ਯੂ ਨੋ like I'm a very big advocate of yoga meditation all these activities where you come back to your nature which is just love and being carefree because stress it's a factor ਉਹ ਤਾਂ ਕਦੇ ਜਾਣੀ ਨਹੀਂ ਗਈ but ਜਿੱਦਾਂ ਤੁਸੀਂ ਉਹਨੂੰ ਮੈਨੇਜ ਕਰਦੇ ਆ that can always be changed ਜਿਵੇਂ ਜਿਵੇਂ ਤੁਸੀਂ ਵੱਡੇ ਹੁੰਦੇ ਹੋ ਤੁਹਾਡਾ ਡਰ ਖਤਮ ਹੋ ਜਾਂਦਾ ਹੈ ਮਾਪਿਆਂ ਦਾ ਇਹ ਕਹਿਣਾ ਤੁਸੀਂ ਪਰਵਾਹ ਨਹੀਂ ਕਰਦੇ ਆਪਣੀ ਮਨਮਰਜ਼ੀ ਕਰਦੇ ਹੋ you want to go against the norms ਪੇਰੈਂਟਸ ਜਿਹੜੇ ਨੇ ਤੁਹਾਨੂੰ ਚਾਹੁੰਦੇ ਨੇ ਕਿ ਇੱਕ ਸੈਟ ਰੂਲਸ ਡੈਕੋਰਮ ਜਿਹੜਾ ਉਹ ਮੇਨਟੇਨ ਕੀਤਾ ਜਾਵੇ ਪਰ ਤੁਸੀਂ ਉਸ ਦੇ ਉਲਟ ਜਿਹੜਾ ਜਾਂਦੇ ਹੈਗੇ ਹੋ ਇਹਦੇ ਬਾਰੇ ਥੋੜਾ ਦੱਸੋ ਕਿ ਕੀ ਇਹ ਜਸਟ ਕਿ ਇੰਨਾ ਪ੍ਰੈਸ਼ਰ ਪੈ ਰਿਹਾ ਇਸ ਕਰਕੇ ਹੈ ਜਾਂ ਯੂ ਵਾਂਟ ਟੂ ਲਿਵ ਯੋਰ ਓਨ ਲਾਈਫ I think everybody wants to live their own life right parents ਵੀ ਮੈਂ ਹੁਣ ਥੋੜੇ ਸਾਲਾਂ ਦੀ I've shifted into a you know older demographic so I can speak from my experience again and say you know parents also want to live their life in a different way because now kids are getting older and they're like okay ਹੁਣ ਕੀ ਕਰੀਏ ਨਿਆਣਿਆਂ ਨੇ ਤਾਂ ਆਪਣੀ ਮਰਜ਼ੀ ਕਰਨੀ ਆ so it's like ਜੇ ਸ਼ੁਰੂ ਤੋਂ ਤੁਸੀਂ ਉਹ ਕਮਿਊਨੀਕੇਸ਼ਨ ਆਪਸ ਵਿੱਚ ਰੱਖਦੇ ਆ and everybody knows where everybody else is at mentally emotionally spiritually then it's much easier to make a plan as a family ਵੀ ਆਪਾਂ ਕਿੱਦਾਂ ਜੀਣਾ ਚਾਹੁੰਦੇ ਆ and ਜਿਹੜੀ ਉਹ core values ਆ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੇਅਰ ਕਰਨਾ ਵੀ ਮੇਰੇ ਨਾਲ good or bad and ਉਹ trust build ਕਰਨੀ ਕਾਫੀ ਟਾਈਮਸ ਆਪਾਂ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ because of that fear that I'm going to be in trouble my parents are not going to understand and parents ਨੂੰ ਹੁੰਦਾ ਹੈ ਵੀ ਮੈਂ situation ਜੇ ਕੋਈ ਵੱਡੀ ਹੋ ਜਾਵੇ how am I going to handle it because what are people going to think if it's something negative so if you just build that and you're a strong family then nothing is too big of a problem and nothing is going to shake you as parents ਅਸੀਂ ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰਨਾ ਚਾਹੁੰਦੇ ਹਾਂ ਸਾਡੇ ਧਾਰਮਿਕ ਰੀਤੀਆਂ ਰਿਵਾਜ ਜਿਹੜੇ ਨੇ ਅਸੀਂ ਚਾਹੁੰਦੇ ਹਾਂ ਉਹ ਕੰਟੀਨਿਊ ਰਹਿਣ ਲੇਕਿਨ ਬੱਚੇ ਜਿਹੜੇ ਨੇ ਉਹ ਰਿਵੋਲਟ ਕਰ ਰਹੇ ਹੈਗੇ ਨੇ ਉਹ ਆਪਣੇ ਹੀ ਜੀਵਨ ਜਿਹੜਾ ਇੱਕ ਸਪਿਰਿਚੁਅਲਿਟੀ ਦੇ ਵਿੱਚ ਕਈ ਨੇ ਕਈ ਨਹੀਂ ਹੈਗੇ ਲੇਕਿਨ ਫਿਰ ਵੀ ਉਹ ਆਪਣਾ ਹੀ ਇੱਕ ਸੋਚ ਰੱਖਦੇ ਨੇ ਇਸ ਕਰਕੇ ਆਰਗੇਨਾਈਜ਼ਡ ਰਿਲੀਜਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਾਰੇ ਧਰਮਾਂ ਦੇ ਵਿੱਚ ਇੱਕ ਖਤਰਾ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈਗਾ ਇਸ ਸੰਬੰਧ ਵਿੱਚ ਗੱਲ ਕਰਨੇ ਇਸ ਛੋਟੀ ਜਿਹੀ break the
ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਨੈਵੀ ਗਿੱਲ ਨਾਲ ਗੱਲਬਾਤ ਚੱਲ ਰਹੀ ਹੈ ਜੀ। ਬ੍ਰੇਕ ਤੋਂ ਪਹਿਲਾਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ, ਅੱਜ ਸਾਰੇ ਘਰਾਂ ਦੇ ਵਿੱਚ ਇਸ ਦੀ ਚਰਚਾ ਹੋ ਰਹੀ ਹੈਗੀ ਹੈ। ਕਿਸ ਤਰੀਕੇ ਨਾਲ ਅਸੀਂ ਇਹ ਜੋ ਪਾੜਾ ਹੈ ਇਸ ਨੂੰ ਘਟਾ ਸਕਨੇ ਹਾਂ ਤੇ ਕਿਵੇਂ ਬੈਟਰ ਟਰਸਟ, ਬੈਟਰ ਰਿਲੇਸ਼ਨਸ਼ਿਪ ਕ੍ਰੀਏਟ ਕੀਤੀ ਜਾ ਸਕਦੀ ਹੈ ਬੱਚਿਆਂ ਤੇ ਪੇਰੈਂਟਸ ਦੇ ਵਿੱਚ, ਇਸ ਦੇ ਬਾਰੇ ਵੀ ਆਓ ਕੁਝ ਹੋਰ ਜਾਣਕਾਰੀ ਲੈਂਦੇ ਹਾਂ ਜੀ। ਸੋ ਬ੍ਰੇਕ ਤੋਂ ਪਹਿਲਾਂ ਮੇਰਾ ਸਵਾਲ ਸੀ ਕਿ ਅਸੀਂ ਐਲਡਰਸ ਕਲਚਰ ਨੂੰ ਆਪਣੇ ਨੂੰ ਪ੍ਰੀਜ਼ਰਵ ਰੱਖਣਾ ਚਾਹੁੰਦੇ ਹਾਂ, ਧਰਮ ਦੀਆਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਉਹ 'ਤੇ ਚਾਹੁੰਦੇ ਕਿ ਸਾਡੇ ਬੱਚੇ ਉਸ ਨੂੰ ਫੋਲੋ ਕਰਨ, ਪਰ ਤੁਸੀਂ ਇੱਕ ਵੱਖਰਾ ਹੀ ਰਸਤਾ ਜਿਹੜਾ ਉਹ ਲੈਣਾ ਚਾਹੁੰਦੇ ਹੋ। ਇਹ ਕਲੈਸ਼ ਜਿਹੜਾ ਨਜ਼ਰ ਆ ਰਿਹਾ ਹੈਗਾ, ਇਹ ਕੀ ਕਾਰਨ ਹੈਗਾ? I think it's because ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਟਾਈਮਸ ਮੇਰੇ ਨਾਲ ਵੀ ਹੋਇਆ, ਮੈਂ ਵੀ ਦੇਖਿਆ, ਜੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਆਹ ਰਿਲੀਜਨ ਫੋਲੋ ਕਰੋ, ਆਹ ਪੈਥ ਫੋਲੋ ਕਰੋ, ਜਿਹੜਾ ਸਾਹਮਣੇ ਕਹਿਣ ਵਾਲਾ ਆ ਜੇ ਉਹ ਨਹੀਂ ਫੋਲੋ ਕਰ ਰਿਹਾ ਫਿਰ ਆਟੋਮੈਟਿਕਲੀ ਉਹ ਆ ਗਿਆ ਵੀ ਮੈਂ ਕਾਹਤੋਂ ਕਰਾਂ। ਜੇ ਤੁਸੀਂ ਮੈਨੂੰ ਕਹਿੰਦੇ ਆ ਪਰ ਆਪ ਨਹੀਂ ਕਰ ਰਹੇ, why should I do it? That is the first question. I always had that question, you know, and until you don't have the understanding of, I always wanted to know ਆਪਾਂ ਕਾਹਤੋਂ ਕਰਦੇ ਆ, ਆਪਾਂ ਇੱਥੇ ਕਾਹਤੋਂ ਜਾਂਦੇ ਆ। Simple thing is ਗੁਰਦੁਆਰੇ, you know, I didn't have anything against it, but tell me ਆਪਾਂ ਕਾਹਤੋਂ, and the answer always ਸੀਗਾ ਆਪਾਂ ਤਾਂ ਬਸ ਕਰਦੇ ਆ। ਕਾਫੀ ਟਾਈਮਸ ਕਿਉਂ ਕਰਦੇ ਆ ਇਹ ਨਹੀਂ ਪਤਾ। ਹਾਂਜੀ, ਪੇਰੈਂਟਸ ਦੇ ਕੋਲੇ ਵੀ ਉਹ ਅੰਡਰਸਟੈਂਡਿੰਗ ਹੈ ਨਹੀਂ ਕਿ there's nothing wrong with wanting your kids to be on the spiritual path. I am on a very beautiful spiritual journey, and ਤੁਸੀਂ ਮੇਰੇ ਪੇਰੈਂਟਸ ਨੂੰ ਪੁੱਛੋ, they'll be shocked. They never thought I would go on this path, you know. Now I get to talk to other young people about this, ਪਰ ਜੇ ਤੁਸੀਂ ਉਸ ਟਾਈਮ ਤੇ ਪੁੱਛੋ, I was revolting against it because ਮੈਨੂੰ ਕੋਈ ਜਿਹੜੇ ਮੇਰੇ ਸਵਾਲ ਸੀ ਉਹ ਆਨਸਰ ਕਰਨ ਨੂੰ ਹੈ ਨਹੀਂ ਸੀਗਾ, ਬਿਕਾਜ਼ ਪੇਰੈਂਟਸ ਕੋਲੇ ਉਹੀ ਅੰਡਰਸਟੈਂਡਿੰਗ ਸੀ ਜਿੰਨਾ ਉਹਨਾਂ ਦਾ ਐਕਸਪੀਰੀਅੰਸ ਸੀ। ਠੀਕ ਹੈ, ਐਂਡ ਪਹਿਲਾਂ ਜਿਹੜਾ ਉਹਨਾਂ ਦੇ ਪੇਰੈਂਟਸ ਨੂੰ ਦੱਸਿਆ ਸੀ। ਸੋ ਆਪਾਂ ਸਦੀਆਂ ਦੇ ਇੱਦਾਂ ਚੱਲੀ ਜਾਂਦੇ ਆ, ਪਰ ਕੋਈ ਆਪਦੇ ਆਪ ਨੂੰ ਇਮਰਸ ਕਰਕੇ ਜਿਹੜੀ ਉਹ ਵੈਲਿਊਜ਼ ਆ ਉਹ ਲਿਵ ਨਹੀਂ ਕਰਦੇ। ਆਪਾਂ ਜੋ ਤੁਸੀਂ ਆਲਵੇਸ ਕਹਿੰਦੇ ਲਿਪ ਸਰਵਿਸ ਦਿੰਦੇ ਆ, but we're not living the values. ਸੋ ਇਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਵੀ ਹੈਵ ਫੇਲਡ, ਦ ਐਲਡਰਸ ਹੈਵ ਫੇਲਡ, ਸਾਡੀ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਅਸੀਂ ਫੇਲ ਹੋਈਆਂ ਕਿ ਬੱਚਿਆਂ ਤੱਕ ਅਸੀਂ ਜੋ ਰੀਅਲ ਮੈਸੇਜ ਸੀ, ਐਸੈਂਸ ਸੀ, ਅਸੀਂ ਆਪਣੇ ਗੁਰੂਆਂ ਦੀ ਤਾਂ ਬੜੀ ਸ਼ਲਾਘਾ ਕਰਦੇ ਹੈਗੇ ਹਾਂ, ਪਰ ਅੱਜ ਕੋਈ ਰੋਲ ਮਾਡਲ ਜਿਹੜਾ ਹੈਗਾ ਘਰਾਂ ਵਿੱਚ ਵੀ ਤੇ ਸਮਾਜ ਵਿੱਚ ਅਸੀਂ ਨਹੀਂ ਕ੍ਰੀਏਟ ਕਰ ਸਕ ਰਹੇ। I definitely don't think fail ਨਹੀਂ ਹੋਏ, because ਜਿਹੜੇ ਆਪਣੇ ਹੁਣ ਇੱਥੇ ਦੇਖ ਲਓ, we have amazing culture, it's very present here in our city. ਆਪਣੇ ਨਗਰ ਕੀਰਤਨ ਹੁੰਦੇ ਆ, ਆਪਣੇ ਇੰਨੇ ਗੁਰਦੁਆਰੇ ਆ, we have so many youth programs. ਮੇਰੇ ਫਰੈਂਡਸ ਕਾਫੀ ਹੈਗੇ ਆ ਜਿਹੜੇ quite involved ਹੈਗੇ ਆ ਸਿੱਖ youth ਦੇ ਨਾਲ, but it's not failed, it's that ਉਹ adjust ਕਰਨਾ ਤੇ adapt ਕਰਨਾ ਆ। ਉੱਥੇ ਥੋੜੀ ਜੀ ਜ਼ਿਆਦਾ ਕਮਿਊਨੀਕੇਸ਼ਨ ਚਾਹੀਦੀ ਆ, ਬਿਕਾਜ਼ ਆਪਣਾ ਕੋਈ ਵੀ ਗਰੁੱਪ ਲਾ ਲਓ, ਆਪਾਂ ਨੈਰੋ ਹੋ ਜਾਂਦੇ ਆ ਵੀ ਸਾਡੀ ਸੋਚ ਇਸ ਤਰੀਕੇ ਆ ਤੇ ਉਹੀ ਸਹੀ ਆ। ਐਂਡ ਜੇ ਆਪਾਂ ਜ਼ਿਆਦਾ ਓਪਨ ਹੁੰਦੇ ਆ, we become more inclusive, more people will want to join. ਐਂਡ ਇੱਦਾਂ ਜੇ ਤੁਸੀਂ ਉਹ ਵੈਲਿਊ ਜਿਹੜੇ ਆਪਣੇ ਗੁਰੂ ਦੀ ਵੈਲਿਊਜ਼ ਦਿੱਤੀ ਆ, ਜੇ ਤੁਸੀਂ ਉਹ ਜਿਉਨੇ ਆ, it radiates from you, so automatically people want to be a part of what you're doing. ਸੋ ਤੁਹਾਡੀ ਟਾਕ ਤੋਂ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਜੋ ਸਾਡਾ ਡਬਲ ਸਟੈਂਡਰਡ ਹੈਗਾ ਵੱਡਿਆਂ ਦਾ, ਉਸ ਤੋਂ ਬੱਚੇ ਪ੍ਰੇਰਿਤ ਨਹੀਂ ਹੋ ਰਹੇ, ਬਿਕਾਜ਼ ਵੀ ਆਰ ਨਾਟ ਵਾਕਿੰਗ ਦਾ ਟਾਕ, ਕਹਿੰਦੇ ਅਸੀਂ ਕੁਝ ਹੋਰ ਹਾਂ ਕਰਦੇ ਕੁਝ ਹੋਰ ਹਾਂ, ਉਸ ਕਰਕੇ ਅਸੀਂ ਇਨਵੋਲਵ ਨਹੀਂ ਕਰ ਸਕ ਰਹੇ। ਅੱਛਾ, ਘਰਾਂ ਦੇ ਮਾਹੌਲ ਦੀ ਤੁਸੀਂ ਜ਼ਿਕਰ ਕੀਤਾ ਸੀ, ਘਰ ਦੇ ਮਾਹੌਲ ਦੇ ਵਿੱਚ ਇੱਕ ਟਰਸਟ ਲੈਵਲ ਜਿਹੜਾ ਹੈ, ਇੱਕ ਡਰ ਜਿਹੜਾ ਹੈ ਬੱਚਿਆਂ ਦੇ, ਜਦ ਤੱਕ ਤੇ ਉਹ ਡਰ ਦੇ ਵਿੱਚ ਰਹਿ ਸਕਦੇ ਨੇ ਰਹਿੰਦੇ ਨੇ, ਪਰ ਜਿਉਂ ਹੀ ਉਹ ਆਪਣੇ ਪੈਰਾਂ 'ਤੇ ਖਲੋਂਦੇ ਨੇ ਜਾਂ ਉਹਨਾਂ ਨੂੰ ਕੁਝ ਅਵੇਅਰਨੈਸ ਆਉਂਦੀ ਹੈ ਤੇ ਕੁਝ ਕਰ ਸਕਦੇ ਨੇ, ਉਹ ਰਿਵੋਲਟ ਕਰਦੇ ਨੇ। ਇਹਦੇ ਵਿੱਚ ਕਿਵੇਂ ਕੁਝ ਕੀਤਾ ਜਾਵੇ ਜਿਹਦੇ ਨਾਲ ਕਿ ਇੱਕ ਬੈਟਰ ਅੰਡਰਸਟੈਂਡਿੰਗ ਜੋ ਹੈ ਕ੍ਰੀਏਟ ਹੋ ਸਕੇ ਤੇ ਪੇਰੈਂਟਸ ਆਪਣਾ ਰੋਲ ਇੱਥੇ ਕੀ ਨਿਭਾ ਸਕਦੇ? ਕਮਿਊਨੀਕੇਟ ਸ਼ੁਰੂ ਤੋਂ ਹੀ ਆਪਾਂ ਆਪਾਂ ਬਹੁਤ ਆਪਣੀ ਕਲਚਰ ਦੇ ਵਿੱਚ ਹੈਗਾ ਆ ਚੀਜ਼ਾਂ ਦਾ ਪਰਦਾ ਰੱਖਣਾ। I've never been a fan of that, because ਜਿਹੜੀ ਗੱਲ ਹੈਗੀ ਆ ਤੁਸੀਂ ਨਹੀਂ ਗੱਲ ਕਰਕੇ ਸਿਚੁਏਸ਼ਨ ਨਹੀਂ ਚੇਂਜ ਕਰ ਸਕਦੇ। The situation is still happening. ਠੀਕ ਹੈ, so just talk about it. You know, once the dialogue happens, ਜਿਹੜੀ ਏਡੀ ਵੱਡੀ ਗੱਲ ਹੁੰਦੀ ਆ, you take the power away from it. So if you talk about it, ਫਿਰ ਪਹਿਲੀ ਗੱਲ ਆਪਾਂ awareness ਦੇ ਨਾਲ ਫਿਰ ਤੁਸੀਂ a solution ਲੱਭ ਸਕਦੇ ਆ। ਠੀਕ ਹੈ, so as parents just be open, and as kids too,
ਮੈਂ ਇਦਾਂ ਨਹੀਂ ਕਹਿੰਦੀ ਜੇ ਤੁਸੀਂ ਕਹਿੰਦੇ ਰਿਵੋਲਟ ਕਰਦੇ I definitely don't think that's the case everywhere. Right, you know? of course. Kids are changing as well. Right. They're becoming more sensitive and more open. Like I said, the collective consciousness is changing. Right. But it first starts with just be open. अपने parents ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ they want the best for you. Right. That's it. They don't want anything bad for you. ਆਪਾਂ ਚਾਹੁੰਦੇ ਵੀ I want to be independent. I want to do this. You can be independent, but ਉਹਨਾਂ ਜਿੱਥੇ ਉਹ parents ਆ meet them there. Right. And parents ਥੋੜੀ ਜੀ ਜਿੱਥੇ ਨਿਆਣੇ ਆ ਉੱਥੇ ਤੱਕ ਪਹੁੰਚੋ because we do live in a very interesting time because Right. we're trying to live in two worlds of India, our family values, and here where we're born and raised. ਰਾਈਟ ਇੱਕ ਡਰ ਹੈਗਾ ਸਾਨੂੰ ਜਿਹੜੇ ਕਿ ਬਹੁਤ ਵੱਡੀ ਮਾਤਰਾ ਦੇ ਉੱਤੇ ਜੇ ਦੇਖਣ ਨੂੰ ਮਿਲ ਰਿਹਾ ਪੇਰੈਂਟਸ ਬੜੇ ਚਿੰਤਿਤ ਨੇ ਕਿ ਬੱਚੇ ਜਿਹੜੇ ਹੈਗੇ ਨੇ ਵਿਆਹ ਜਿਹੜਾ ਹੈਗਾ ਉਹ ਪਹਿਲੀ ਗੱਲ ਤਾਂ ਜਦ ਤੱਕ ਐਸਟੈਬਲਿਸ਼ ਨਹੀਂ ਹੁੰਦੇ ਉਹ ਕਰਾਉਣਾ ਹੀ ਨਹੀਂ ਚਾਹੁੰਦੇ ਉਸ ਤੋਂ ਬਾਅਦ ਉਹ ਗਏ ਜ਼ਮਾਨੇ ਕਿ ਜੀ ਮਾਂ ਪਿਓ ਨੇ ਕਿਸੇ ਨੂੰ ਰਿਕਮੈਂਡ ਕੀਤਾ ਤੇ ਕੋਈ ਬੱਚਾ ਸੁਣੇਗਾ ਤੀਸਰੀ ਗੱਲ ਜਿਹੜਾ ਆਊਟ ਆਫ ਰਿਲੀਜਨ ਇਹ ਜਿਹੜੀਆਂ ਮੈਰਿਜਸ ਸ਼ੁਰੂ ਹੋ ਗਈਆਂ ਨੇ ਐਜ਼ ਅ ਯੰਗਸਟਰ ਵਾਟ ਡੂ ਯੂ ਹੈਵ ਟੂ ਸੇ ਅਬਾਊਟ ਥੀਸ ਇਸ਼ੂਜ਼ Marriage is a huge topic that we can talk about forever and again ਉਹ communication ਤੇ ਆ ਗਿਆ ਨਾ ਜੇ ਤੁਸੀਂ ਸ਼ੁਰੂ ਤੋਂ you're living the values ਜੇ ਆਪਣੀ home life happy ਹੈ ਤੁਸੀਂ ਆਪਦੇ ਆਲੇ ਦੁਆਲੇ ਦੇਖੋ ਤੇ your parents, your aunts and uncles ਉਹ ਖੁਸ਼ ਆ ਆਪਦੇ ਨਾਲ most of the time I find people are always complaining that my spouse doesn't do this or this ਜੇ ਸਾਡੇ ਕੋਲ choice ਹੁੰਦੀ ਤਾਂ we would do things differently. The difference is now ਸਾਡੀ generation ਕੋਲ choice ਹੈਗੀ ਆ ਠੀਕ ਹੈ marriage is not the end goal here. You know, we're very independent and ਉਹ ਨਹੀਂ ਹੈਗਾ ਵੀ ਸਾਨੂੰ ਕਿਸੇ ਤੇ depend ਕਰਨਾ ਪੈਣਾ ਆ ਆਪਣੀ society ਦੇ ਵਿੱਚ ਇਦਾਂ ਆ ਵੀ ਕੁਝ ਹੋਰ ਹੈ ਨਹੀਂਗਾ ਤੁਹਾਡਾ ਬਹੁਤ systematic ਹੈਗਾ ਸਕੂਲੇ ਜਾਓ career ਬਣਾਓ ਪੈਸੇ ਬਣਾਓ ਵਿਆਹ ਕਰਾਓ and that's not the way it is because we see everybody else around us from other cultures that's living differently. So ਉਹ ਜਿਹੜਾ ਉਹ narrow thinking ਆ ਸਾਡੀ thinking expanded ਆ so we know that ਸਾਡੇ ਕੋਲ choice ਹੈਗੀ ਆ ਹੁਣ ਆਪਣੇ ਕੋਲੇ cell phone ਦੀ ਕਿੰਨੀ choices ਆ ਜੀ obviously partners ਦੀ ਵੀ ਹੋਣੀ ਆ and lifestyle choices ਦੀ ਵੀ ਹੋਣੀ ਆ ਜਿਹੜੀ I think India ਦੇ ਵਿੱਚ ਉਸ time ਹੈ ਨਹੀਂ ਸੀ it was you just followed the way nobody questioned it now from the get-go you have little kids 2-3-year-olds that are questioning so obviously that's scary for parents but meet the question answer the questions It was a pleasure talking to you. Thank you so much. Thank you so much.